ਵੱਡਾ ਸਵਾਲ ਇੱਥੇ ਅਭੀ ਇਹ ਵੀ ਉੱਠਦਾ ਹੈ ਕਿ ਇਸ ਵਿਅਕਤੀਆਂ ਨੂੰ ਇਹਨਾਂ ਵਿਅਕਤੀਆਂ ਨੂੰ ਇਹ ਕਹਿ ਕੇ ਨਾ ਛੱਡ ਦਿੱਤਾ ਜਾਵੇ ਕਿ ਇਹ ਵੀ ਮੰਦਬੁੱਧੀ ਨੇ। ਮੰਦਬੁੱਧੀ ਵਿਅਕਤੀ ਉਹ ਹੁੰਦਾ ਹੈ ਜਿਸ ਨੂੰ ਪਤਾ ਹੀ ਨਾ ਲੱਗੇ ਉਹ ਕਰਨ ਕੀ ਡਿਆ। ਕਰਨ ਕੀ ਲੱਗਾ। ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਪ੍ਰਚਾਰ ਨੂੰ ਤੁਸੀਂ ਰੋਕਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਿੱਖੀ ਧਰਮ ਦਾ ਪ੍ਰਚਾਰ ਨਹੀਂ ਹੋਣ ਦੇਵਾਂਗੇ। ਜੇ ਇਹੋ ਜਿਹੀਆਂ ਗੱਲਾਂ ਜਾਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ ਸ਼ਾਇਦ ਕਿਤੇ ਨਾ ਕਿਤੇ 84 ਦੇ ਦੰਗੇ ਕਹਿ ਲਓ ਜਾਂ 84 ਵਾਲਾ ਸਮਾਂ ਮੁੜ ਫਿਰ ਸਾਡੇ ਵਤਨ ਦੇ ਵਿੱਚ ਨਾ ਆ ਜਾਵੇ। ਪੰਜਾਬ ਦੇ ਲੋਕ ਜਜ਼ਬਾਤੀ ਨੇ, ਜਜ਼ਬਾਤਾਂ ਦਾ ਫਾਇਦਾ ਪਹਿਲਾਂ ਵੀ ਬਹੁਤ ਸਾਰੇ ਲੋਕ ਚੱਕਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੁੱਕਣ ਦੀਆਂ ਕੋਸ਼ਿਸ਼ਾਂ ਕਰਨਗੇ। ਤੇ ਗੱਲ ਸਾਨੂੰ ਉੱਥੇ ਕਿੰਤੂ ਪ੍ਰੰਤੂ ਕਰਨਾ ਸਾਡਾ ਬਣਦਾ ਹੈ, ਉੱਥੇ ਅਸੀਂ ਰੋਕਣਾ ਚਾਹੁੰਦੇ ਹਾਂ, ਉੱਥੇ ਸਾਨੂੰ ਰੋਕਣਾ ਚਾਹੀਦਾ ਵੀ ਹੈ ਜਿੱਥੇ ਧੱਕੇ ਦੇ ਨਾਲ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਭਾਈ ਮੈਂ ਤੇਰੀ ਬਾਂਹ ਫੜ ਕੇ ਤੈਨੂੰ ਉੱਥੇ ਲਿਜਾ ਕੇ ਮੈਂ ਤੇਰਾ ਇਲਾਜ ਕਰ ਦੇਵਾਂਗਾ। ਜਦੋਂ ਹਿੰਦੁਸਤਾਨ ਆਜ਼ਾਦ ਨਹੀਂ ਸੀ ਹੋਇਆ ਉਦੋਂ ਅਸੀਂ ਹਿੰਦੁਸਤਾਨੀ ਸੀਗੇ, ਤਾਂ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤਾਂ ਅਸੀਂ ਸਾਰੇ ਹਿੰਦੂ ਮੁਸਲਿਮ ਸਿੱਖ ਈਸਾਈ ਬਣ ਗਏ। ਬਈ ਕਿਉਂ? ਸਭ ਤੋਂ ਵੱਡਾ ਧਰਮ, ਸਭ ਤੋਂ ਵਿਆਪਕ ਧਰਮ, ਸਭ ਤੋਂ ਕੁਸ਼ਲ ਧਰਮ ਜਿਹੜਾ ਹੈ ਉਹ ਹੈ ਇਨਸਾਨੀਅਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਦ ਟੀਵੀ ਐਨਆਰਆਈ ਦੇਖ ਰਹੇ ਹੋ, ਮੈਂ ਅਭੀ ਕੇਸਰ ਤੁਹਾਡੇ ਨਾਲ, ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸ਼ੇਰਗਿੱਲ ਜੀ। ਸੋ ਅੱਜ ਜਿਸ ਗੱਲ ਤੇ ਸ਼ੇਰਗਿੱਲ ਜੀ ਆਪਾਂ ਰਾਬਤਾ ਕਰਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ, ਦਰਸ਼ਕ ਵੀ ਦੇਖ ਰਹੇ ਨੇ ਕਿਉਂਕਿ ਬੇਅਦਬੀਆਂ ਦੇ ਮਾਮਲੇ ਜਿਹੜੇ ਨੇ ਉਹ ਪਿਛਲੇ ਸਮਿਆਂ ਦੇ ਵਿੱਚ ਹੀ ਬਹੁਤ ਆਏ ਨੇ ਤੇ ਹੁਣ ਤੱਕ ਵੀ ਬੇਅਦਬੀਆਂ ਦੇ ਮਾਮਲੇ ਲਗਾਤਾਰ ਸਾਡੇ ਸਾਹਮਣੇ ਆਉਂਦੇ ਨੇ। ਉਹ ਚਾਹੇ ਗੁਰਦੁਆਰਾ ਸਾਹਿਬ ਦਾ ਬੇਅਦਬੀ ਦਾ ਮਾਮਲਾ ਹੋਵੇ, ਚਾਹੇ ਮੰਦਰਾਂ ਦਾ ਹੋਵੇ। ਸੋ ਹੁਣ ਇੱਕ ਤਾਜ਼ਾ ਮਾਮਲਾ ਜੋ ਸਾਡੇ ਕੋਲ ਸਾਹਮਣੇ ਆਇਆ ਹੈ ਉਹ ਤਰਨਤਾਰਨ ਤੋਂ ਚਰਚ ਦੇ ਵਿੱਚ ਮੂਰਤੀਆਂ ਤੋੜੀਆਂ ਗਈਆਂ। ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਰਹੇ, ਉਸ ਤੋਂ ਬਾਅਦ ਹੁਣ ਜੋ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਉਹ ਅਜੀ ਧਰਮ ਪਰਿਵਰਤਨ ਹੈ, ਜਿਹੜਾ ਕਿ ਕਾਫੀ ਮੁੱਦਾ ਭਖਿਆ ਹੋਇਆ ਹੈ ਕਿ ਜ਼ਬਰਦਸਤੀ ਕਹਿ ਲਓ ਜਾਂ ਕਹਿ ਲਓ ਕਿ ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਸੋ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਬਿਲਕੁਲ, ਜਾਣਕਾਰੀਆਂ ਜਿਹੜੀਆਂ ਮਿਲੀਆਂ ਨੇ, ਜਾਣਕਾਰੀਆਂ ਅਸੀਂ ਦਰਸ਼ਕਾਂ ਤੱਕ ਵੀ ਜਿਹੜੀਆਂ ਪਹੁੰਚਦੀਆਂ ਕੀਤੀਆਂ ਨੇ, ਜਿਸ ਦੇ ਵਿੱਚ ਤਰਨਤਾਰਨ ਦੇ ਵਿੱਚ ਅਭੀ ਇੱਕ ਮਾਮਲਾ ਜਿਹੜਾ ਸਾਹਮਣੇ ਆਇਆ ਬੀਤੀ ਰਾਤ, ਦੇਰ ਰਾਤ ਕੁਝ ਅਣਪਛਾਤੇ ਉੱਥੇ ਵੜਦੇ ਨੇ, ਸ਼ਰਾਰਤੀ ਅਨਸਰ ਵੜਦੇ ਨੇ ਚਰਚ ਦੇ ਵਿੱਚ ਤੇ ਉਹਨਾਂ ਦੇ ਵੱਲੋਂ ਮੂਰਤੀਆਂ ਤੋੜੀਆਂ ਜਾਂਦੀਆਂ ਨੇ। ਮੂਰਤੀਆਂ ਤੋੜ ਕੇ ਬਾਹਰ ਖੜੀ ਇੱਕ ਗੱਡੀ ਨੂੰ ਅੱਗ ਵੀ ਲਗਾ ਦਿੱਤੀ ਜਾਂਦੀ ਹੈ। ਇਸ ਦੇ ਉੱਤੇ ਹੁਣ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਹੁਣਾਂ ਦਾ ਬਿਆਨ ਵੀ ਆਇਆ ਹੈ। ਉਹ ਕਹਿੰਦੇ ਨੇ ਕਿ ਇਸ ਦੀ ਘੋਖ ਪੜਤਾਲ ਕੀਤੀ ਜਾਵੇ, ਇਸ ਦੀ ਜਿਹੜੀ ਜਾਂਚ ਕੀਤੀ ਜਾਵੇ। ਜਾਂਚ ਕਰਨ ਤੋਂ ਬਾਅਦ ਜਿਹੜੇ ਵੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਕੰਮ ਨੂੰ ਕੀਤਾ ਗਿਆ ਹੈ, ਇਹ ਜਿਹੜਾ ਕਾਰਾ ਕੀਤਾ ਗਿਆ, ਇਸ ਦੇ ਉੱਤੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣ। ਲੋਕ ਜਿਵੇਂ ਤੁਸੀਂ ਦੱਸਿਆ ਹੈ ਕਿ ਇਸ ਨੂੰ ਧਰਮ ਪਰਿਵਰਤਨ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ। ਇਹ ਤਾਂ ਕਰਕੇ ਲੋਕਾਂ ਦੇ ਜ਼ਿਹਨ ਦੇ ਵਿੱਚ ਚੀਜ਼ ਆ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਨਾ ਜਥੇਦਾਰ ਸਾਹਿਬ ਦਾ ਬਿਆਨ ਆਇਆ ਸੀ। ਉਹਨਾਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਧਰਮ ਪਰਿਵਰਤਨ ਨੂੰ ਲੈ ਕੇ ਜੇਕਰ ਈਸਾਈ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਧੱਕੇ ਦੇ ਨਾਲ ਕਿਸੇ ਦੇ ਕੋਲੋਂ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਜਾਂ ਫਿਰ ਪਿੰਡਾਂ ਦੇ ਵਿੱਚ ਕੋਈ ਵੀ ਕਾਰਗੁਜ਼ਾਰੀ ਅਜਿਹੀ ਵੇਖਣ ਨੂੰ ਮਿਲੀ ਤਾਂ ਫਿਰ ਉਹਨਾਂ ਦੇ ਉੱਪਰ ਬਣਦੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ। ਇਹ ਚੀਜ਼ ਕਹੀ ਸੀ। ਤੇ ਹੁਣ ਦੂਸਰੇ ਪਾਸੇ ਜੇਕਰ ਆਪਾਂ ਸਕਰੀਨ ਦੇ ਉੱਤੇ ਚੱਲ ਰਹੀ ਜਿਹੜੀ ਵੀਡੀਓ ਹੈ ਦਰਸ਼ਕ ਦੇਖ ਰਹੇ ਹੋਣਗੇ, ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਸ ਦੇ ਵੱਲੋਂ ਮੂਰਤੀ ਤੋੜੀ ਜਾ ਰਹੀ ਹੈ, ਉਸ ਦੇ ਹੱਥ ਦੇ ਵਿੱਚ ਸਰੀਆ ਹੈ, ਡੰਡਾ ਹੈ, ਇਹ ਨਹੀਂ ਪਤਾ, ਪਰ ਉਸ ਦੇ ਵੱਲੋਂ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ਉਸ ਦੇ ਸਿਰ ਦੇ ਉੱਤੇ ਬੰਨਿਆ ਹੋਇਆ ਜਿਹੜਾ ਪਰਨਾ ਹੈ ਇਹ ਬਹੁਤ ਕੁਝ ਬਿਆਨ ਕਰਦਾ ਹੈ। ਇਹ ਦੋਵੇਂ ਚੀਜ਼ਾਂ ਨੂੰ ਲਿਆ ਕੇ ਜੋੜਦਾ ਹੈ ਕਿ ਇੱਕ ਪਾਸੇ ਜਥੇਦਾਰ ਸਾਹਿਬ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਧਰਮ ਪਰਿਵਰਤਨ ਨਹੀਂ ਕਰਨ ਦਿੱਤਾ ਜਾਵੇਗਾ, ਦੂਸਰੇ ਪਾਸੇ ਐਸੀ ਹੀ ਵੇਸ਼ਭੂਸ਼ਾ ਬਣਾ ਕੇ ਜਿਸ ਦੇ ਸੂਰਤ ਹਾਲ ਤੋਂ ਵੇਖ ਕੇ ਇਹ ਲੱਗਦਾ ਹੈ, ਇੰਜ ਜਾਪਦਾ ਹੈ ਕਿ ਇਹ ਕੋਈ ਸਿੱਖ ਸੰਗਤ ਦੇ ਨਾਲ ਜੁੜਿਆ ਹੋਇਆ ਕੋਈ ਵਿਅਕਤੀ ਹੈ ਜਾਂ ਫਿਰ ਕਿਸੇ ਦੇ ਵੱਲੋਂ ਇਸ ਚੀਜ਼ ਦਾ ਫਾਇਦਾ ਚੁੱਕਿਆ ਜਾ ਰਿਹਾ ਹੈ ਕਿ ਇੱਕ ਪਾਸੇ ਦਾ ਜਥੇਦਾਰ ਸਾਹਿਬ ਨੇ ਬਿਆਨ ਦੇ ਦਿੱਤਾ ਹੈ ਕਿ ਧਰਮ ਪਰਿਵਰਤਨ ਨਹੀਂ ਕਰਨ ਦਿੱਤਾ ਜਾਵੇਗਾ, ਦੂਸਰੇ ਪਾਸੇ ਸਿੱਖ ਧਰਮ ਦੇ ਬਾਣੇ ਦੇ ਵਿੱਚ ਪਹੁੰਚ ਕੇ ਕੋਈ ਵਿਅਕਤੀ ਅਜਿਹਾ ਨੁਕਸਾਨ ਕਰਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰਦਾ ਹੋਵੇ। ਇਹ ਵੀ ਚੀਜ਼ਾਂ ਬਹੁਤ ਵੱਡੇ ਮਿਆਰ ਦੇ ਉੱਤੇ ਲੋਕਾਂ ਦੇ ਜ਼ਿਹਨ ਦੇ ਵਿੱਚ ਚੱਲ ਰਹੀਆਂ ਹੋਣਗੀਆਂ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਹੀ ਗੱਲਬਾਤ ਕਰਾਂਗੇ। ਗੱਲਬਾਤ ਜਿਹੜੀ ਕਰ ਰਹੇ ਹਾਂ ਇਹ ਤਰਨਤਾਰਨ ਦੇ ਵਿੱਚ ਹੋਈ ਬੇਅਦਬੀ ਜਿਹੜੀ ਚਰਚ ਦੇ ਵਿੱਚ ਹੋਈ ਹੈ, ਜਿੱਥੇ ਮੂਰਤੀਆਂ ਤੋੜੀਆਂ ਗਈਆਂ ਤੇ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਇਹ ਸਾਰੀਆਂ ਚੀਜ਼ਾਂ ਬਹੁਤ ਸਾਰੇ ਵੱਡੇ ਪੈਮਾਨੇ ਦੇ ਉੱਤੇ ਪਹਿਲਾਂ ਵੀ ਜਿਹੜੀਆਂ ਪੰਜਾਬ ਦੇ ਵਿੱਚ ਹੁੰਦੀਆਂ ਰਹੀਆਂ ਨੇ, ਵਾਪਰਦੀਆਂ ਰਹੀਆਂ ਨੇ, ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਆਏ ਦਿਨ ਇਹ ਬਿਆਨਬਾਜ਼ੀ ਕੀਤੀ ਜਾਂਦੀ ਹੈ। ਇਹ ਆਪਣੇ ਸੰਬੋਧਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜਿੱਥੇ ਬੇਅਦਬੀਆਂ ਦੇ ਮਾਮਲਿਆਂ ਨੂੰ ਲੋਕਾਂ ਨੂੰ ਇਨਸਾਫ ਮਿਲੇਗਾ, ਸੰਗਤਾਂ ਨੂੰ ਇਨਸਾਫ ਮਿਲੇਗਾ, ਉੱਥੇ ਹੀ ਵੱਡਾ ਸਵਾਲ ਇੱਥੇ ਅਭੀ ਇਹ ਵੀ ਉੱਠਦਾ ਹੈ ਕਿ ਇਸ ਵਿਅਕਤੀਆਂ ਨੂੰ, ਇਹਨਾਂ ਵਿਅਕਤੀਆਂ ਨੂੰ ਇਹ ਕਹਿ ਕੇ ਨਾ ਛੱਡ ਦਿੱਤਾ ਜਾਵੇ ਕਿ ਇਹ ਵੀ ਮੰਦਬੁੱਧੀ ਨੇ, ਕਿਉਂਕਿ ਮੰਦਬੁੱਧੀ ਵਿਅਕਤੀ ਉਹ ਹੁੰਦਾ ਹੈ ਜਿਸ ਨੂੰ ਪਤਾ ਹੀ ਨਾ ਲੱਗੇ ਉਹ ਕਰਨ ਕੀ ਡਿਆ। ਇਸ ਦੇ ਵੱਲੋਂ ਬੜੇ ਤੌਰ ਤਰੀਕਿਆਂ ਦੇ ਨਾਲ, ਬੜੇ ਢੰਗ ਤਰੀਕੇ ਦੇ ਨਾਲ ਅੰਦਰ ਆਇਆ ਗਿਆ। ਹੱਥ ਦੇ ਵਿੱਚ ਇਸ ਦੇ ਹਥਿਆਰ ਵੀ ਸੀ ਜਿਸ ਦੇ ਨਾਲ ਵੀ ਇਸ ਦੇ ਵੱਲੋਂ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਇੱਥੇ ਬਹੁਤ ਵੱਡੇ ਸਵਾਲ ਜਿਹੜੇ ਨੇ ਉਹ ਖੜੇ ਜ਼ਰੂਰ ਹੋ ਰਹੇ ਨੇ। ਜਿਵੇਂ ਤੁਸੀਂ ਕਿਹਾ ਕਿ ਮੰਦਬੁੱਧੀ ਨਾ ਲੱਗੇ, ਕਿਉਂਕਿ ਉਸ ਇਨਸਾਨ ਨੂੰ ਪਤਾ ਹੈ ਕਿ ਕਿਹੜੀ ਮੂਰਤੀ ਨੂੰ ਤੋੜਨਾ ਹੈ, ਕਿਹੜੀ ਜਗ੍ਹਾ ਤੇ ਜਾ ਕੇ ਵਾਰ ਕਰਨਾ ਹੈ ਤੇ ਕਿਹੜੀ ਚੀਜ਼ ਨਾਲ ਟੁੱਟਣੀ ਹੈ। ਅਗਰ ਉਹ ਮੰਦਬੁੱਧੀ ਹੋਵੇ ਤਾਂ ਮੰਦਬੁੱਧੀ ਨੂੰ ਬਹੁਤ ਜ਼ਿਆਦਾ ਪਤਾ ਨਹੀਂ ਹੁੰਦਾ ਤੇ ਮੰਦਬੁੱਧੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੰਦ ਚਰਚ ਦੇ ਵਿੱਚ ਵੜਨਾ ਕਿਵੇਂ ਜੀ। ਸੋ ਬਹੁਤ ਸਾਰੀਆਂ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ, ਬਹੁਤ ਸਾਰੇ ਤੱਥ ਵੀ ਸਾਹਮਣੇ ਆਉਂਦੇ ਨੇ ਕਿ ਆਖਿਰਕਾਰ ਅਗਰ ਕਿਉਂਕਿ ਜਿਹੜਾ ਨਿਸ਼ਾਨਾ ਬਣਾਇਆ ਗਿਆ ਉਹ ਬਣਾਇਆ ਗਿਆ ਕਿ ਇਹ ਸਿੱਖ ਧਰਮ ਨਾਲ ਰਿਲੇਟਡ ਬੰਦਾ ਹੈ ਜਿਹੜਾ ਕਿ ਚਰਚ ਵਿੱਚ ਆ ਕੇ
ਆ ਕੇ ਇਹੋ ਜਿਹੀ ਤੋੜਫੋੜ ਕਰਦਾ ਹੈ, ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਹੈ। ਹੁਣ ਗੱਲ ਜੋ ਇੱਕ ਹੋਰ ਸਾਹਮਣੇ ਆ ਰਹੀ ਹੈ, ਕਿਉਂਕਿ ਧਰਮ ਪਰਿਵਰਤਨ ਦਾ ਮਾਮਲਾ, ਦੋ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆ ਰਿਹਾ ਕਿ ਉਹਨਾਂ ਨੇ ਕਿਹਾ ਕਿ ਮਸੀਹ ਜਿਹੜਾ ਭਾਈਚਾਰਾ ਹੈ ਉਹ ਜ਼ਬਰਦਸਤੀ ਲੋਕਾਂ ਨੂੰ ਜਾਂ ਲਾਲਚ ਦੇ ਕੇ ਕਹਿ ਲਓ ਜਾਂ ਫਿਰ ਕਹਿ ਲਓ ਕਿਸੇ ਤਰੀਕੇ ਨਾਲ ਡਰਾ ਧਮਕਾ ਕੇ ਧਰਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਤਾਂ ਜੋ ਉਹਨਾਂ ਦਾ ਇੱਕ ਤਰੀਕੇ ਨਾਲ ਰਾਜ ਚੱਲ ਸਕੇ, ਜੋ ਕਿਹਾ ਜਾ ਰਿਹਾ, ਜੋ ਸਾਡੇ ਸਾਹਮਣੇ ਖਬਰਾਂ ਆ ਰਹੀਆਂ ਨੇ। ਜੀ ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਈਆਂ। ਜਿਹੜੇ ਮਸੀਹ ਭਾਈਚਾਰੇ ਦੇ ਲੋਕ ਨੇ, ਆਗੂ ਨੇ, ਉਹਨਾਂ ਦੇ ਵੱਲੋਂ ਵੀ ਨਿੱਜੀ ਚੈਨਲਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ, ਉਸ ਦੇ ਵਿੱਚ ਵੀ ਬਿਆਨ ਜੇਕਰ ਚੱਕ ਕੇ ਵੇਖੀਏ ਜਾਂ ਫਿਰ ਉਸ ਨੂੰ ਘੋਖ ਪੜਤਾਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਕਹਿੰਦੇ ਨੇ ਕਿ ਧਰਮ ਪਰਿਵਰਤਨ ਕਦੇ ਨਹੀਂ ਹੁੰਦਾ, ਮਨ ਪਰਿਵਰਤਨ ਹੁੰਦਾ। ਲੋਕਾਂ ਦਾ ਮਨ ਪਰਿਵਰਤਨ ਹੁੰਦਾ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਇੱਥੇ ਜਾ ਕੇ ਸਾਨੂੰ ਸਕੂਨ ਮਿਲਦਾ ਹੈ ਤੇ ਅਸੀਂ ਉੱਥੇ ਬਖੂਬੀ ਜਾਵਾਂਗੇ। ਜੇਕਰ ਦੂਸਰੇ ਪੱਖ ਦੀ ਗੱਲ ਕਰੀਏ, ਸਿੱਖ ਧਰਮ ਦੀ ਗੱਲ ਕਰੀਏ ਜਾਂ ਫਿਰ ਨਿਹੰਗ ਸਿੰਘਾਂ ਦੀ ਗੱਲ ਕਰੀਏ, ਜਿਨ੍ਹਾਂ ਦੇ ਵੱਲੋਂ ਜਾ ਕੇ ਉੱਥੇ ਜਿਹੜਾ ਉਹਨਾਂ ਦੇ ਵਿੱਚ ਹਿੰਸਕ ਮਾਮਲਾ ਵੀ ਸਾਹਮਣੇ ਆਇਆ ਹੈ, ਉਸ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਘਰਾਂ ਦੇ ਵਿੱਚ ਪੋਸਟਰ ਸਿੱਟਦੇ ਨੇ, ਘਰਾਂ ਦੇ ਵਿੱਚ ਪੋਸਟਰ ਸਿੱਟਦੇ ਨੇ, ਲੋਕਾਂ ਨੂੰ ਕਹਿੰਦੇ ਨੇ ਕਿ ਤੁਹਾਡੀ ਬਿਮਾਰੀ ਦਾ ਇਲਾਜ ਕਰਵਾ ਦੇਵਾਂਗੇ, ਤੁਹਾਡੀ ਗਰੀਬੀ ਅਸੀਂ ਦੂਰ ਕਰ ਦੇਵਾਂਗੇ, ਜਾਂ ਫਿਰ ਪੈਸਾ ਧੇਲਾ ਦੇ ਕੇ ਵੀ ਲੋਕਾਂ ਨੂੰ ਆਪਣੇ ਖੇਮੇ ਦੇ ਵਿੱਚ ਕਰਨ ਦੀ ਕੋਸ਼ਿਸ਼ ਉਹਨਾਂ ਦੇ ਵੱਲੋਂ ਕੀਤੀ ਜਾਂਦੀ ਹੈ। ਇਹ ਸਿੱਖ ਧਰਮ ਦੇ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਨੇ। ਸੋ ਇਸੇ ਦੇ ਉੱਤੇ ਜਿਹੜੇ ਜਥੇਦਾਰ ਸਾਹਿਬ ਸੀ ਉਹਨਾਂ ਦੇ ਵੱਲੋਂ, SGPC ਦੇ ਵੱਲੋਂ ਇਹ ਚੀਜ਼ ਕਹੀ ਗਈ ਸੀ ਕਿ ਜੇਕਰ ਕੋਈ ਅਜਿਹਾ ਧਰਮ ਪਰਿਵਰਤਨ ਕਰਵਾਉਣ ਦੀ ਕੋਈ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਜਾਂ ਫਿਰ ਕੋਈ ਅਜਿਹਾ ਮਾਮਲਾ ਪਿੰਡਾਂ ਦੇ ਵਿੱਚੋਂ ਸਾਹਮਣੇ ਆਉਂਦਾ ਹੈ, ਖਾਸ ਤੌਰ ਦੇ ਉੱਤੇ ਸਰਹੱਦੀ ਇਲਾਕੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੇ ਨਾਲ ਜਿਹੜੇ ਜੁੜੇ ਹੋਏ ਇਲਾਕੇ ਨੇ, ਉਹਨਾਂ ਪਿੰਡਾਂ ਦੇ ਵਿੱਚ ਜ਼ਿਆਦਾ ਤੌਰ ਦੇ ਉੱਤੇ ਜ਼ਿਆਦਾਤਰ ਜਿਹੜੇ ਲੋਕ ਨੇ ਉਹ ਇਸ ਧਰਮ ਦੇ ਨਾਲ ਜੁੜੇ ਹੋਏ ਨੇ, ਈਸਾਈ ਧਰਮ ਦੇ ਨਾਲ ਜੁੜੇ ਹੋਏ ਨੇ। ਸੋ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਇਹਨਾਂ ਦੇ ਬਾਰੇ ਗੱਲ ਕਰਨੀ ਲਾਜ਼ਮੀ ਹੈ, ਲੋਕਾਂ ਤੱਕ ਪਹੁੰਚਾਉਣੀ ਇਹ ਸਾਰੀ ਜਾਣਕਾਰੀ ਲਾਜ਼ਮੀ ਹੈ। ਲਾਜ਼ਮੀ ਤਾਂ ਕਰਕੇ ਕਹਿੰਦੇ ਆ ਕਿਉਂਕਿ ਪੰਜਾਬ ਬਹੁਤ ਵੱਡੇ ਵੱਡੇ ਸੰਤਾਪ ਜਿਹੜੇ ਉਹ ਪਹਿਲਾਂ ਵੀ ਚੱਲ ਚੁੱਕੇ ਆ। ਬਿਲਕੁਲ 84 ਦੀ ਗੱਲ ਕਰੀਏ, ਉਦੋਂ ਵੀ ਧਰਮ ਦੇ ਨਾਂ ਦੇ ਉੱਤੇ ਬਹੁਤ ਸਾਡੇ ਪੰਜਾਬ ਤੇ ਪੰਜਾਬੀਅਤ ਦਾ ਘਾਣ ਹੋਇਆ। ਸਾਡੇ ਬਹੁਤ ਸਾਰੇ ਸਿੱਖ ਨੌਜਵਾਨ ਜਿਹੜੇ ਨੇ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ। ਬਹੁਤ ਸਾਰੇ ਹਿੰਦੂ ਜਿਹੜੇ ਸਾਡੇ ਭਰਾ ਸੀ ਉਹਨਾਂ ਦੇ ਨਾਲ ਵੀ ਬਹੁਤ ਸਾਰੀਆਂ ਕੁਤਾਹੀਆਂ ਹੋਈਆਂ, ਇੱਜ਼ਤਾਂ ਨੂੰ ਰੋਲਿਆ ਗਿਆ। ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਦੁਬਾਰਾ ਉਸੇ ਰਾਹ ਦੇ ਉੱਤੇ ਆਣ ਕੇ ਖੜਾ ਹੋ ਜਾਵੇ, ਚਰਸਤੇ ਦੇ ਵਿੱਚ ਖੜਾ ਹੋ ਜਾਵੇ ਤੇ ਸਾਨੂੰ ਪਤਾ ਹੀ ਨਾ ਲੱਗੇ ਅਸੀਂ ਜਾਣਾ ਕਿੱਧਰਲੇ ਪਾਸੇ। ਬਿਲਕੁਲ, ਕਿਉਂਕਿ ਜੋ ਮਾਮਲਾ ਹੁਣ ਸਾਹਮਣੇ ਆਇਆ ਸੀ, ਕਿਉਂਕਿ ਕੁਝ ਦਿਨ ਪਹਿਲਾਂ ਸਾਡੇ ਕੋਲ ਵੀਡੀਓ ਇੱਕ ਕਾਫੀ ਜਿਹੜੀ ਸੋਸ਼ਲ ਮੀਡੀਆ ਵੀ ਵਾਇਰਲ ਹੋਈ, ਜਿੱਥੇ ਮਸੀਹ ਭਾਈਚਾਰੇ 'ਚ ਸਿੱਖ ਧਰਮ ਦੇ ਵਿੱਚ ਕਾਫੀ ਜ਼ਿਆਦਾ ਝੜਪ ਹੋਈ, ਉਹ ਵੀਡੀਓ ਕਾਫੀ ਚੱਲੀ। ਸੋ ਹੁਣ ਆਖਿਰਕਾਰ ਜਦੋਂ ਉਹਨਾਂ ਦਾ ਬਿਆਨ ਸਾਹਮਣੇ ਆਇਆ, ਜਿਹੜੇ ਕਿ ਈਸਾਈ ਧਰਮ ਨਾਲ ਸੰਪਰਕ ਰੱਖਦੇ ਸੀਗੇ, ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਪ੍ਰਚਾਰ ਨੂੰ ਤੁਸੀਂ ਰੋਕਦੇ ਹੋ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸਿੱਖੀ ਧਰਮ ਦਾ ਪ੍ਰਚਾਰ ਨਹੀਂ ਹੋਣ ਦੇਵਾਂਗੇ। ਤਾਂ ਕਿਤੇ ਨਾ ਕਿਤੇ ਸਿੱਧਾ ਬੁਲਾਵਾ ਹੈ, ਉਹ ਚਾਹੇ ਸਿੱਖ ਧਰਮ ਵੱਲੋਂ ਕਹਿ ਲਓ ਜਾਂ ਈਸਾਈ ਧਰਮ ਵੱਲੋਂ ਕਹਿ ਲਓ ਕਿ ਹਾਂਜੀ ਹੁਣ ਲਗਾਤਾਰ ਜਿਹੜੀ ਹੈ ਜੇ ਇਹੋ ਜਿਹੀਆਂ ਗੱਲਾਂ ਜਾਂ ਖਬਰਾਂ ਸਾਡੇ ਸਾਹਮਣੇ ਆਉਂਦੀਆਂ, ਸ਼ਾਇਦ ਕਿਤੇ ਨਾ ਕਿਤੇ 84 ਦੇ ਦੰਗੇ ਕਹਿ ਲਓ ਜਾਂ 84 ਵਾਲਾ ਸਮਾਂ ਮੁੜ ਫਿਰ ਸਾਡੇ ਵਤਨ ਦੇ ਵਿੱਚ ਨਾ ਆ ਜਾਵੇ। ਜੀ ਬਿਲਕੁਲ, ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਸੋਚਣਾ ਵਿਚਾਰਨਾ ਬਣਦਾ ਹੈ। ਹਾਲਾਂਕਿ ਦਰਸ਼ਕ ਬਹੁਤ ਜ਼ਿਆਦਾ ਇਹ ਸੋਚ ਨੂੰ ਵਧੀਆ ਨੂੰ ਰੱਖਦੇ ਨੇ, ਆਪਣੇ ਜ਼ਿਹਨ ਦੇ ਵਿੱਚ ਸੋਚ ਵਿਚਾਰ ਕਰਕੇ ਹੀ ਇਹਨਾਂ ਚੀਜ਼ਾਂ ਦੇ ਉੱਤੇ ਅਮਲ ਕਰਨਗੇ। ਪਰ ਪੰਜਾਬ ਦੇ ਲੋਕ ਜਜ਼ਬਾਤੀ ਨੇ, ਜਜ਼ਬਾਤਾਂ ਦਾ ਫਾਇਦਾ ਪਹਿਲਾਂ ਵੀ ਬਹੁਤ ਸਾਰੇ ਲੋਕ ਚੱਕਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੁੱਕਣ ਦੀਆਂ ਕੋਸ਼ਿਸ਼ਾਂ ਕਰਨਗੇ। ਪਰ ਸਾਡਾ ਮਤਲਬ ਇਹ ਬਣਦਾ ਹੈ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਣ ਦਾ ਕਿ ਜੇਕਰ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਸਿੱਖ ਧਰਮ ਨੂੰ ਅਪਣਾਉਣ ਦੇ ਜਿਹੜੇ ਵਕਫੇ ਦੇ ਨਾਲ ਜਾਂ ਸਿੱਖ ਧਰਮ ਨੂੰ ਅਪਣਾਉਣ ਦੇ ਚਾਅ ਦੇ ਨਾਲ ਲੋਕਾਂ ਦੇ ਵੱਲੋਂ ਸਿੱਖ ਧਰਮ ਦੇ ਵਿੱਚ ਆਇਆ ਜਾਂਦਾ ਹੈ, ਜੇਕਰ ਉਹਨਾਂ ਲੋਕਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾਂਦਾ, ਫਿਰ ਪੰਜਾਬ ਦੇ ਲੋਕ ਜਦੋਂ ਆਪਣੇ ਆਪ ਮੁਹਾਰੇ ਆਪਣੇ ਮਨ ਦੇ ਨਾਲ ਦੂਸਰੇ ਧਰਮਾਂ ਦੇ ਵਿੱਚ ਜਾਂਦੇ ਨੇ ਤਾਂ ਉਦੋਂ ਵੀ ਸਾਨੂੰ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ। ਇਹ ਮੇਰਾ ਨਿੱਜੀ ਜਿਹੜਾ ਕਹਿ ਸਕਦੇ ਆ ਵਿਚਾਰ ਹੈ। ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਆਪ ਮੁਹਾਰੇ ਨਿਕਲ ਕੇ ਸਾਹਮਣੇ ਆਉਂਦੀਆਂ ਨੇ, ਜਿਸ ਦੇ ਵਿੱਚ ਜੇਕਰ ਧਰਮਾਂ ਦੇ ਪਰਿਵਰਤਨ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਪੰਜਾਬ ਦੇ ਵਿੱਚ ਵੀ ਵਿਚਰਦੀਆਂ ਨਜ਼ਰ ਆਈਆਂ, ਜਿਨ੍ਹਾਂ ਦੇ ਵਿੱਚ ਇੱਕ ਈਸਾਈ ਧਰਮ ਦੇ ਨਾਲ ਸੰਬੰਧ ਰੱਖਣ ਵਾਲਾ ਨੌਜਵਾਨ ਜਿਹੜਾ ਜਿਸ ਦੀਆਂ ਵੀਡੀਓਜ਼ ਬਹੁਤ ਜ਼ਿਆਦੀਆਂ ਵਾਇਰਲ ਹੁੰਦੀਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ, ਉਸ ਦੇ ਵੱਲੋਂ ਜਕਾਰੇ ਛੱਡੇ ਜਾਂਦੇ ਨੇ। ਹਾਲਾਂਕਿ ਬਹੁਤ ਵਧੀਆ ਚੀਜ਼ ਹੈ ਕਿਸੇ ਦੇ ਉੱਪਰ ਧਰਮ ਦਾ ਜਿਹੜਾ ਬੋਲਬਾਲਾ ਹੋਣਾ ਜਾਂ ਫਿਰ ਉਸ ਦੇ ਵੱਲੋਂ ਸਿੱਖੀ ਧਰਮ ਦੇ ਵਿੱਚ ਆ ਕੇ ਸਿੱਖ ਧਰਮ ਨੂੰ ਪ੍ਰਮੋਟ ਕਰਨਾ ਚੰਗੀ ਗੱਲ ਹੈ। ਪਰ ਉੱਥੇ ਸਾਨੂੰ ਹਾਜ਼ਮਾ ਇਹਦੇ ਲਈ ਵੀ ਰੱਖਣਾ ਚਾਹੀਦਾ ਹੈ ਕਿ ਜੇਕਰ ਕੋਈ ਹੋਰ ਧਰਮ ਦੇ ਵਿੱਚ ਜਾ ਕੇ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਜਾਂ ਫਿਰ ਕਿਸੇ ਨੂੰ ਲੱਗਦਾ ਹੈ ਕਿ ਉੱਥੇ ਜਾ ਕੇ ਸਾਨੂੰ ਸਕੂਨ ਮਿਲਦਾ ਹੈ, ਇਹ ਵੀ ਚੀਜ਼ਾਂ ਦੇ ਵਿੱਚ ਸਾਨੂੰ ਕੁਤਾਹੀ ਨਹੀਂ ਕਰਨੀ ਚਾਹੀਦੀ। ਦੂਸਰੇ ਪਾਸੇ ਗੱਲ ਮੈਂ ਦੂਸਰਾ ਤੱਥ ਵੀ ਦੱਸ ਦਿੰਦਾ ਕਿ ਗੱਲ ਸਾਨੂੰ ਉੱਥੇ ਕਿੰਤੂ ਪਰੰਤੂ ਕਰਨਾ ਸਾਡਾ ਬਣਦਾ ਹੈ, ਉੱਥੇ ਅਸੀਂ ਰੋਕਣਾ ਚਾਹੁੰਦੇ ਆ, ਉੱਥੇ ਸਾਨੂੰ ਰੋਕਣਾ ਚਾਹੀਦਾ ਵੀ ਹੈ। ਜਿੱਥੇ ਧੱਕੇ ਦੇ ਨਾਲ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਭਾਈ ਮੈਂ ਤੇਰੀ ਬਾਹ ਫੜ ਕੇ ਤੈਨੂੰ ਉੱਥੇ ਲਿਜਾ ਕੇ ਮੈਂ ਤੇਰਾ ਇਲਾਜ ਕਰ ਦੇਵਾਂਗਾ, ਜਾਂ ਫਿਰ ਕਹਿ ਲਓ ਪਖੰਡਵਾੜ ਦੀ ਦੁਨੀਆ, ਮੈਂ ਤੈਨੂੰ ਹੱਥ ਲਾ ਕੇ ਮੈਂ ਤੇਰੀ ਵੱਖੀ ਦਾ ਦਰਦ ਦੂਰ ਕਰ ਦੇਣਾ ਹੈ, ਜਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਕਹੀਆਂ ਜਾਂਦੀਆਂ ਨੇ, ਬੇਹੋਸ਼ ਕਰ ਦੇਣਾ, ਜਾਂ ਫਿਰ ਬਹੁਤ ਸਾਰੇ ਬਿਰਤਾਂਤ ਜਿਹੜੇ ਵਾਪਰਦੇ ਨੇ, ਇਹ ਜਿਹੜੇ ਕਾਰਨਾਮੇ ਕਰ ਕਰਕੇ ਵਿਖਾਏ ਜਾਂਦੇ ਨੇ, ਲੋਕਾਂ ਨੂੰ ਲੁਭਾਵਿਤ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਇਹਨਾਂ ਦੇ ਉੱਤੇ ਕਿੰਤੂ ਪਰੰਤੂ ਕਰਨਾ ਬਣਦਾ ਹੈ। ਤੇ ਮੈਨੂੰ ਲੱਗਦਾ ਕਿ SGPC ਦੇ ਵੱਲੋਂ ਇਹਨਾਂ ਦੇ ਉੱਪਰ ਹੀ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਸੇ ਕਰਕੇ ਹੁਣ ਈਸਾਈ ਜਿਹੜਾ ਭਾਈਚਾਰਾ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਹੁੰਦੇ ਸਿੱਖ ਧਰਮ ਦੇ ਪ੍ਰਚਾਰ ਦੇ ਉੱਪਰ ਵੀ ਅਸੀਂ ਕਿੰਤੂ ਪਰੰਤੂ ਕਰਾਂਗੇ। ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਨੇ ਇੰਨੇ ਬੇਮੁਖ ਹੋਣਗੇ, ਇੰਨੇ ਲੋਕਾਂ ਦੇ ਵੱਲੋਂ ਸੋਚਿਆ ਵਿਚਾਰਿਆ ਨਹੀਂ ਜਾਵੇਗਾ। ਆਪਸੀ ਭਾਈਚਾਰਾ ਇਸੇ ਤਰੀਕੇ ਦੇ ਨਾਲ ਬਣਿਆ ਰਵੇ। ਪੰਜਾਬ ਵੀ ਗੁਲਦਸਤਾ ਹੈ,
ਭਾਰਤ ਵੀ ਗੁਲਦਸਤਾ ਹੈ ਜਿਸ ਦੇ ਵਿੱਚ ਵੱਖੋ-ਵੱਖ ਤਰੀਕਿਆਂ ਦੇ ਵੱਖੋ-ਵੱਖ ਧਰਮਾਂ ਦੇ ਜਾਤਾਂ ਦੇ ਕਬੀਲਿਆਂ ਦੇ ਜਿਹੜੇ ਫੁੱਲ ਨੇ ਉਹ ਖਿਲੇ ਹੋਏ ਨੇ ਤੇ ਇਕੱਠਾ ਹੋ ਕੇ ਇੱਕ ਗੁਲਦਸਤਾ ਬਣਦਾ ਹੈ। ਜੇਕਰ ਇੱਕ ਅੱਧਾ ਫੁੱਲ ਵੀ ਇੱਧਰ ਉੱਧਰ ਹੁੰਦਾ ਹੈ ਤੇ ਇਸ ਦੀ ਸ਼ਾਨ ਦੇ ਵਿੱਚ ਕਿਤੇ ਨਾ ਕਿਤੇ ਫਰਕ ਜ਼ਰੂਰ ਆਵੇਗਾ। ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਲੋਕ ਹੁਣ ਐਜੂਕੇਟਡ ਹੋ ਗਏ, ਅਸੀਂ ਲੋਕ ਹੁਣ ਬੜੇ ਅਡਾਪਟੇਸ਼ਨ ਹੋ ਗਈ ਕਿ ਅਡਾਪਟ ਕਰਨ ਲੱਗ ਪਏ ਹਰ ਇੱਕ ਚੀਜ਼ ਨੂੰ। ਸਾਡੀ ਜਨਤਾ ਬੜੀ ਭਲੀ ਭਾਂਤੀ ਜਾਣਦੀ ਕਿ ਅਗਰ ਇਹੋ ਜਿਹੇ ਕੋਈ ਵੀ ਜਦੋਂ ਪਹਿਲਾਂ ਸਮਿਆਂ ਦੇ ਵਿੱਚ ਵੀ ਦੰਗੇ ਹੋਏ ਨੇ ਜਾਂ ਇਹੋ ਜਿਹੇ ਧਰਮਾਂ ਦੇ ਵਿੱਚ ਫੁੱਟ ਪਈਏ ਤਾਂ ਜਿਹੜੀ ਸਿਆਸੀ ਸਰਕਾਰਾਂ ਹੁੰਦੀਆਂ ਨੇ ਕਿਤੇ ਨਾ ਕਿਤੇ ਆਪ ਵਿੱਚ ਆ ਕੇ ਕੰਮ ਕਰਾਉਂਦੀਆਂ ਨੇ। ਇਹ ਗੱਲਾਂ ਸਾਡੇ ਲੋਕ ਜਾਣਦੇ ਆ, ਲੇਕਿਨ ਫਿਰ ਵੀ ਅਸੀਂ ਲੋਕ ਇਸ ਖੂਹ ਦੇ ਵਿੱਚ ਆਪ ਛਾਲ ਮਾਰਦੇ ਆ। ਇਸ ਖੂਹ ਦੇ ਵਿੱਚ ਅਸੀਂ ਆਪ ਡਿੱਗਦੇ ਕਿ ਨਹੀਂ ਕੋਈ ਗੱਲ ਨਹੀਂ ਹੋ ਲੈਣ ਦਿਓ, ਇਹ ਸਿਆਸੀ ਇਹ ਚੱਲਦੀ ਆ ਰਹੀ ਹੈ ਤੇ ਅਸੀਂ ਇਸ ਗੱਲ ਨੂੰ ਅਡਾਪਟ ਕਰਦੇ ਰਹਾਂਗੇ। ਸੋ ਜੇ ਅਸੀਂ ਲੋਕ ਇਹਨਾਂ ਗੱਲਾਂ ਨੂੰ ਜਾਣਦੇ ਆ ਅਸੀਂ ਲੇਕਿਨ ਫਿਰ ਵੀ ਉਹਨਾਂ ਗੱਲਾਂ ਨੂੰ ਚੱਕਦੇ ਆ ਤੇ ਉਹਨਾਂ ਗੱਲਾਂ ਨੂੰ ਅਡਾਪਟ ਵੀ ਕਰ ਲੈਂਦੇ ਆ। ਹੁਣ ਜਿਵੇਂ ਧਰਮ ਪਰਿਵਰਤਨ ਦੀ ਆਪਾਂ ਲੋਕ ਗੱਲ ਕਰ ਰਹੇ ਹਾਂ ਕਿਉਂਕਿ ਅਸੀਂ ਭਾਰਤ ਵਿਦੇਸ਼ ਦੇ ਵਾਸੀ, ਜਿਵੇਂ ਤੁਸੀਂ ਕਿਹਾ ਕਿ ਆਪਾਂ ਸਾਡਾ ਗੁਲਦਸਤਾ ਹੈ ਅਲੱਗ-ਅਲੱਗ ਧਰਮਾਂ ਦਾ, ਸਾਡੀਆਂ ਲੋਕਾਂ ਦੀਆਂ ਆਸਥਾ ਜੁੜੀਆਂ ਹੋਈਆਂ ਨੇ, ਸਾਡੇ ਮੰਦਰਾਂ ਦੇ ਨਾਲ, ਗੁਰਦੁਆਰਿਆਂ ਦੇ ਨਾਲ, ਮਸਜਿਦਾਂ ਦੇ ਨਾਲ, ਧਰਮਾਂ ਦੇ ਨਾਲ ਸਾਡੀ ਆਸਥਾ ਜੁੜੀ ਹੋਈ ਹੈ। ਹਰ ਇੱਕ ਧਰਮ, ਹਰ ਇੱਕ ਅਸੀਂ ਫੈਸਟੀਵਲ ਮਨਾਉਂਦੇ ਹਾਂ, ਹਰ ਇੱਕ ਤਿਉਹਾਰ ਮਨਾਉਂਦੇ ਹਾਂ। ਸੋ ਇਹਨਾਂ ਆਸਥਾ ਦੇ ਨਾਲ ਜੁੜੇ ਹੁੰਦੇ ਹੋਏ ਵੀ ਅਸੀਂ ਫਿਰ ਵੀ ਉਹਨੂੰ ਕਿਤੇ ਨਾ ਕਿਤੇ ਜਿਹੜੇ ਅਸੀਂ ਗਲਤ ਕੰਮ ਕਰਦੇ ਹਾਂ ਜਾਂ ਲੜਨ ਦੇ ਵਿੱਚ ਆ ਜਾਂਦੇ ਹਾਂ ਜਾਂ ਦੂਸਰੇ ਧਰਮ ਬਾਰੇ ਮਾੜਾ ਬੋਲਦੇ ਹਾਂ, ਕਿਉਂ? ਤਾਂ ਕਿ ਅਸੀਂ ਆਪਣੇ ਆਪ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰਦੇ ਕਿ ਨਹੀਂ ਅਸੀਂ ਇਹਨੂੰ ਨੀਵਾਂ ਪਾ ਰਹੀਏ। ਅਸੀਂ ਕਦੇ ਇਹ ਕੋਸ਼ਿਸ਼ ਨਹੀਂ ਕਰਦੇ ਕਿ ਅਸੀਂ ਦੋਵੇਂ ਇਕੱਠੇ, ਅਸੀਂ ਸਾਰੇ ਧਰਮ ਇਕੱਠੇ ਹੋ ਕੇ ਚਲ ਇੱਕ ਸਾਡੇ ਕੋਲ ਇੱਕ ਸਿੱਲੀ ਆਈਡੀਆ ਜਿਵੇਂ ਆਪਾਂ ਕਰਦੇ ਹਾਂ ਉਹਦੇ ਵਿੱਚ ਗੱਲ ਸਾਹਮਣੇ ਆਈ ਸੀ ਕਿ ਜਦੋਂ ਹਿੰਦੁਸਤਾਨ ਆਜ਼ਾਦ ਨਹੀਂ ਸੀ ਹੋਇਆ ਉਦੋਂ ਅਸੀਂ ਹਿੰਦੁਸਤਾਨੀ ਸੀਗੇ, ਤਾਂ ਜਦੋਂ ਹਿੰਦੁਸਤਾਨ ਆਜ਼ਾਦ ਹੋ ਗਿਆ ਤਾਂ ਅਸੀਂ ਸਾਰੇ ਹਿੰਦੂ, ਮੁਸਲਿਮ, ਸਿੱਖ, ਈਸਾਈ ਬਣ ਗਏ। ਬਈ ਕਿਉਂ? ਅਸੀਂ ਹੁਣ ਵੀ ਹਿੰਦੁਸਤਾਨੀ ਕਿਉਂ ਨਹੀਂ ਆ? ਹੁਣ ਅਸੀਂ ਕਿਉਂ ਦੂਸਰੇ ਲੋਕ ਨੂੰ ਕਹਿੰਦੇ ਵੀ ਬਾਈ ਤੂੰ ਕੋਈ ਨਹੀਂ, ਤੇਰੀ ਅਸੀਂ ਸੱਟ ਪੇਟ ਸਹੀ ਕਰਾ ਦਾਂਗੇ, ਤੇਰੀ ਬਿਮਾਰੀ ਸਹੀ ਕਰਾਂਗੇ, ਤੂੰ ਸਾਡੇ ਧਰਮ ਚ ਆਇਆ, ਤੇਰੀ ਗਰੀਬੀ ਚੱਕ ਲਾਂਗੇ ਤੂੰ ਸਾਡੇ ਧਰਮ ਚ ਆਇਆ। ਇਹੋ ਜਿਹੇ ਪ੍ਰਚਾਰ ਹੁਣ ਕਿਉਂ ਹੋ ਰਹੇ ਆ? ਪਹਿਲਾਂ ਨਹੀਂ ਹੋਏ। ਪਹਿਲਾਂ ਅਸੀਂ ਸਿਰਫ ਹਿੰਦੁਸਤਾਨੀ ਸੀਗੇ ਕਿ ਨਹੀਂ ਅਸੀਂ ਆਪਣਾ ਦੇਸ਼ ਆਜ਼ਾਦ ਕਰਾਉਣਾ, ਅਸੀਂ ਸਾਰੇ ਇੱਕੋ ਆ, ਲੇਕਿਨ ਉਸ ਤੋਂ ਬਾਅਦ ਅਸੀਂ ਵੰਡ ਹੋ ਗਏ। ਇਹ ਹਾਲ ਤੱਕ ਚੱਲ ਰਿਹਾ ਜੀ। ਬਿਰਤਾਂਤ ਬਹੁਤ ਬੁਰੇ ਚੱਲਦੇ ਨੇ ਜਿੱਥੇ ਵਿਤਕਰਾ ਜਿਹੜਾ ਕਿਹਾ ਜਾਂਦਾ ਸੀ, ਜਿੱਥੇ ਸਾਡਾ ਸੰਵਿਧਾਨ ਸਾਨੂੰ ਆਗਿਆ ਦਿੰਦਾ ਹੈ ਕਿ ਅਸੀਂ ਸਾਰੇ ਇੱਕ ਹਾਂ। ਦੂਸਰੇ ਪਾਸੇ ਜੇ ਧਰਮਾਂ ਦੀ ਗੱਲ ਕਰੀਏ ਤਾਂ ਧਰਮ ਵੀ ਸਾਨੂੰ ਇਹੀ ਸਿਖਾਉਂਦਾ ਕਿ ਅਸੀਂ ਇਨਸਾਨ ਪਹਿਲਾਂ, ਇਨਸਾਨ ਹੋਣ ਤੋਂ ਬਾਅਦ ਸਾਡੇ ਧਰਮ, ਜਾਤਾਂ, ਕਾਸਟਾਂ ਤੇ ਸਾਡੇ ਜਿਹੜੇ ਬਹੁਤ ਸਾਰੇ ਜਿਹਨਾਂ ਦੇ ਅਸੀਂ ਧੌਣ ਦੇ ਵਿੱਚ ਕੀਲੇ ਲੈ ਕੇ ਫਿਰਦੇ ਹਾਂ ਕਿ ਅਸੀਂ ਤਾਂ ਬਈ ਇਹਨਾਂ ਦੇ ਵਿੱਚੋਂ ਆ, ਅਸੀਂ ਇਹਨਾਂ ਦੇ ਵਿੱਚੋਂ ਆ, ਇਹ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਆਉਂਦੀਆਂ ਨੇ। ਸਭ ਤੋਂ ਵੱਡਾ ਧਰਮ, ਸਭ ਤੋਂ ਵਿਆਪਕ ਧਰਮ, ਸਭ ਤੋਂ ਕੁਸ਼ਲ ਧਰਮ ਜਿਹੜਾ ਹੈ ਉਹ ਹੈ ਇਨਸਾਨੀਅਤ। ਇਨਸਾਨੀਅਤ ਦੇ ਉੱਪਰ ਜੇਕਰ ਜ਼ੋਰ ਦਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਧਰਮਾਂ ਦੇ ਇਹਨਾਂ ਜੰਜਾਲਾਂ ਦੇ ਵਿੱਚ ਪੈ ਕੇ ਹੋਰ ਚੀਜ਼ਾਂ ਕਰਨੀਆਂ ਬਣਨਗੀਆਂ। ਹਾਂ, ਧਰਮ ਸਾਨੂੰ ਇੱਕ ਜੀਵਨ ਸ਼ੈਲੀ ਸਿਖਾਉਂਦਾ ਹੈ, ਜੀਵਨ ਦੇ ਵਿੱਚ ਢੰਗ ਤਰੀਕੇ ਸਿਖਾਉਂਦਾ ਹੈ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ, ਅਸੀਂ ਕਿਸੇ ਦੇ ਨਾਲ ਧੱਕਾ ਨਹੀਂ ਕਰਨਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਭੁੱਲ ਕੇ ਵਿਸਾਰ ਕੇ ਹੋਰ ਹੀ ਪਾਸੇ ਤੁਰੇ ਫਿਰਦੇ ਹਾਂ। ਪਰ ਜਿੱਥੇ SGPC ਦੇ ਵੱਲੋਂ ਇਹ ਚੀਜ਼ ਚੁੱਕੀ ਗਈ ਹੈ, ਅਸੀਂ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਜ਼ਰੂਰ ਜੋੜ ਕੇ ਵੇਖਾਂਗੇ ਕਿ ਜੇਕਰ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ, ਬਿਆਨ ਇਸੇ ਕਰਕੇ ਦਿੱਤਾ ਗਿਆ ਹੈ ਕਿ ਧੱਕੇ ਦੇ ਨਾਲ ਕਿਸੇ ਨੂੰ ਧਰਮ ਪਰਿਵਰਤਨ ਨਾ ਕਰਵਾਇਆ ਜਾਵੇ। ਜੇਕਰ ਕੋਈ ਆਪ ਜਾਂਦਾ ਹੈ ਉਹ ਵੀ ਇਸ ਚੀਜ਼ ਦਾ ਜਿਹੜਾ ਆਦਰ ਸਨਮਾਨ ਕਰਦੇ ਨੇ ਕਿ ਜੇ ਕੋਈ ਕ੍ਰਿਸਚਨ ਧਰਮ ਦੇ ਵਿੱਚ ਜਾਂਦਾ ਹੈ ਅਸੀਂ ਉਸ ਦਾ ਕੋਈ ਮਨਾਹੀ ਨਹੀਂ ਕਰਦੇ। ਪਰ ਧੱਕੇ ਦੇ ਨਾਲ ਕਿਸੇ ਨੂੰ ਬਣਵਾਉਣਾ, ਧੱਕੇ ਦੇ ਨਾਲ ਕਿਸੇ ਨੂੰ ਲਾਲਚ ਦੇ ਕੇ, ਪੈਸਿਆਂ ਦਾ ਲਾਲਚ ਦੇ ਕੇ, ਰਾਸ਼ਨ ਦਾ ਲਾਲਚ ਦੇ ਕੇ ਕਹਿਣਾ ਕਿ ਤੂੰ ਸਾਡੇ ਧਰਮ ਦੇ ਵਿੱਚ ਆ ਜਾ, ਤੈਨੂੰ ਅਸੀਂ ਤੇਰੀ ਜਿਹੜੀ ਆ ਛਵੀ ਉਹਨੂੰ ਠੀਕ ਕਰ ਦੇਵਾਂਗੇ ਜਾਂ ਤੇਰੀ ਬਿਮਾਰੀ ਠੀਕ ਕਰਵਾ ਦਿੱਤੀ ਜਾਵੇਗੀ, ਇਹ ਸਾਰੀਆਂ ਚੀਜ਼ਾਂ ਮਾੜੀਆਂ ਨੇ। ਬਾਕੀ ਇਹ ਸਾਰੀ ਚੀਜ਼ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ? ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ? ਧਰਮਾਂ ਦਾ ਪ੍ਰਚਾਰ ਉਸ ਢੰਗ ਤਰੀਕਿਆਂ ਦੇ ਨਾਲ ਹੋ ਰਿਹਾ ਜਿਸ ਤਰੀਕਿਆਂ ਦੇ ਨਾਲ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਹਾ ਸੀ, ਸਾਡੇ ਧਰਮ ਦੇ ਪੈਰੋਕਾਰਾਂ ਨੇ ਸਾਨੂੰ ਕਿਹਾ ਸੀ, ਉਹ ਚੀਜ਼ਾਂ ਨੂੰ ਅਸੀਂ ਵਿਸਾਰ ਕੇ ਗਲਤ ਤਰੀਕੇ ਦੇ ਨਾਲ ਪ੍ਰਚਾਰ ਕਰ ਰਹੇ ਹਾਂ। ਇਸ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ? ਤੁਹਾਡੇ ਜ਼ਿਹਨ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ? ਕਮੈਂਟ ਬਾਕਸ ਦੇ ਵਿੱਚ ਤੁਹਾਡੀ ਵੀ ਰਾਏ, ਪ੍ਰਤੀਕਰਮ, ਟਿੱਪਣੀਆਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ। ਬਾਕੀ ਅਭੀ ਜੀ ਇਸ ਸਾਰੇ ਮਾਮਲੇ ਦੇ ਉੱਪਰ ਜਾਣਕਾਰੀਆਂ ਜਿਹੜੀਆਂ ਨੇ ਜਿੰਨਾ ਮਰਜ਼ੀ ਇਸ ਨੂੰ ਫੜਦੋਲੀ ਜਾਈਏ ਇਹ ਚੀਜ਼ ਇਦਾਂ ਹੀ ਰਹਿਣੀ ਹੈ। ਅਸੀਂ ਚੀਜ਼ ਦੇ ਉੱਤੇ ਤਾਂ ਕਰਕੇ ਜ਼ੋਰ ਦਿੱਤਾ ਹੈ, ਅਸੀਂ ਤਾਂ ਕਰਕੇ ਤੁਹਾਡੇ ਸਾਹਮਣੇ ਇਹ ਸਾਰੇ ਤੱਥਾਂ ਨੂੰ ਰੱਖਿਆ ਹੈ ਤਾਂ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਸੋਚ ਵਿਚਾਰ ਕਰਕੇ ਇਸ ਦੇ ਉੱਪਰ ਅਮਲ ਕਰ ਸਕੋ। ਬਿਲਕੁਲ ਜੀ। ਸੋ ਅਸੀਂ ਇਹੀ ਚਾਹੁੰਦੇ ਕਿ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਹੈ ਤਾਂ ਜੋ ਤੁਸੀਂ ਕੀ ਸੋਚਦੇ ਹੋ, ਵਿਚਾਰਦੇ ਹੋ, ਕਿਉਂਕਿ ਜਿਵੇਂ ਇਹਨਾਂ ਨੇ ਗੱਲ ਕੀਤੀ ਕਿ ਧਰਮ ਦੇ ਨਾਲ ਸਾਡੀਆਂ ਆਸਥਾ ਜੁੜੀਆਂ ਹੋਈਆਂ ਨੇ ਤੇ ਧਰਮ ਨੂੰ ਅਸੀਂ ਉਸ ਤਰੀਕੇ ਨਾਲ ਅਡਾਪਟ ਕਰਨਾ, ਉਸ ਤਰੀਕੇ ਨਾਲ ਮੰਨਣਾ ਜਿਵੇਂ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਸਿਖਾਇਆ। ਲੇਕਿਨ ਸ਼ਾਇਦ ਅਸੀਂ ਕਿਤੇ ਨਾ ਕਿਤੇ ਗਲਤ ਰਸਤਿਆਂ ਨੂੰ ਅਪਣਾ ਕੇ ਧਰਮ ਨੂੰ ਉੱਚਾ ਚੱਕਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਧਰਮ ਨੂੰ ਉੱਚਾ ਚੱਕਣ ਦੀ ਸਾਨੂੰ ਜ਼ਰੂਰਤ ਨਹੀਂ ਹੈ। ਸਾਡੇ ਧਰਮ ਆਲਰੇਡੀ ਉੱਚੇ ਆ, ਅਸੀਂ ਇਸੇ ਲਈ ਉਹਨਾਂ ਦੇ ਥੱਲੇ ਆ, ਅਸੀਂ ਇਸੇ ਲਈ ਉਹਨਾਂ ਨੂੰ ਮੰਨ ਰਹੇ ਹਾਂ। ਸੋ ਆਪਣੇ ਧਰਮ ਨੂੰ ਮੰਨਣਾ ਸਾਡਾ ਧਰਮ ਹੈ। ਸੋ ਉਹਨੂੰ ਜਿਵੇਂ ਚੱਲਦਾ ਉਵੇਂ ਚੱਲਣੇ ਦਿਓ, ਸਾਨੂੰ ਉਹਨੂੰ ਬਦਲਣ ਦੀ ਲੋੜ ਨਹੀਂ ਹੈ। ਸੋ ਇਹ ਜਿਹੜੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਉਮੀਦ ਕਰਦੇ ਹਾਂ ਇਹ ਜਾਣਕਾਰੀਆਂ ਤੁਹਾਡੇ ਲਈ ਲਾਹੇਵੰਦ ਸਾਬਿਤ ਹੋਈਆਂ ਹੋਣਗੀਆਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਬਾਖੂਬੀ ਤਰੀਕੇ ਦੇ ਨਾਲ ਅਜਿਹੀਆਂ ਕੋਸ਼ਿਸ਼ਾਂ ਅਸੀਂ ਕਰਦੇ ਰਹਾਂਗੇ ਤੇ ਤੁਹਾਡੇ ਤੱਕ ਇਹ ਜਾਣਕਾਰੀਆਂ ਪਹੁੰਚਦੀਆਂ ਰਹਿਣ। ਇਸ ਦੇ ਲਈ ਤੁਸੀਂ TV NRI ਦੇ ਨਾਲ ਜੁੜੇ ਰਹੋ। ਧੰਨਵਾਦ ਜੀ। गुरु विजय शास्त्री जी, वर्ड फेमस लुधियाना वाले। कॉल या व्हाट्सएप करो +91 981 51 56151। ਕੀ ਤੁਸੀਂ ਪਰੇਸ਼ਾਨ ਹੋ ਕਿ ਤੁਹਾਡਾ ਕੰਮ ਨਹੀਂ ਬਣ ਰਿਹਾ? ਚਿੰਤਾ ਨਾ ਕਰੋ, ਤੁਹਾਡੀ ਕਿਸਮਤ ਜਾਗ ਰਹੀ ਹੈ। 101% guaranteed। Specialist in love marriage,
ब्याज रुकावट, राज दरबार 'ਚ ਜਿੱਤ ਵਸ਼ੀਕਰਨ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ 'ਚ ਅਣਬਣ, ਘਰੇਲੂ ਕਲੇਸ਼, ਨੌਕਰੀ ਕਾਰੋਬਾਰ, ਬੱਚਿਆਂ ਦੀ ਪੜ੍ਹਾਈ ਅਤੇ ਮਨਮਰਜ਼ੀ, ਵਿਦੇਸ਼ ਯਾਤਰਾ, ਕਰਜ਼ਾ ਮੁਕਤੀ, ਲੋਟਰੀ, ਬੇਔਲਾਦ। ਇੱਕ ਵਾਰ ਕਾਲ ਜਾਂ WhatsApp ਜ਼ਰੂਰ ਕਰਨ। ਗੁਰੂ ਵਿਜੇ ਸ਼ਾਸਤਰੀ ਜੀ +91 981 51 56 151। ਮੀਆਂ ਭਾਰਤੀ ਜੀ +91 981 55 12050। घर बैठे हर समस्या का समाधान 100% गारंटीड करवाओ। ऊपरी हवा, वशीकरण करवाना या तुड़वाना, प्रेम विवाह, मनचाहा प्यार, लाटो, लाइलाज बीमारी, पति पत्नी के झगड़े, दुश्मन सौतन, नौकरी कारोबार, घरेलू कलेश ਅਤੇ कोर्ट कचहरी तो छुटकारा, विदेश यात्रा ਵਿੱਚ रुकावटां, अपने करियर ਵਿੱਚ सफलता प्राप्त करो। कॉल और WhatsApp या भारती जी +91 981 55 12050।